ਸੱਜਣੋ ਤੇ ਮਿੱਤਰੋ, ਇੱਕ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਤੇ ਸਾਡੇ ਨਾਲ ਹੈਗੇ ਨੇ ਜਨਾਬ ਪੋਲੀਟੀਕਲ ਸਾਇੰਟਿਸਟ ਔਰ ਐਨਾਲਿਸਟ ਔਰ ਇੱਕ ਬਹੁਤ ਵੱਡੀ ਕਦਰ ਸ਼ਖਸੀਅਤ ਪ੍ਰੋਫੈਸਰ ਡਾਕਟਰ ਇਸ਼ਤਿਆਕ ਅਹਿਮਦ ਸਾਹਿਬ। ਔਰ ਤੁਸੀਂ ਇਹਨਾਂ ਦੀ ਪਰਸਨੈਲਿਟੀ, ਇਹਨਾਂ ਦੇ ਨਾਂ ਤੋਂ ਇਹਨਾਂ ਨੂੰ ਪਹਿਚਾਣਦੇ ਹੋ, ਇਹਨਾਂ ਦੇ ਕੰਮ ਤੋਂ, ਇਹਨਾਂ ਦੀਆਂ ਕਿਤਾਬਾਂ ਤੋਂ ਪਹਿਚਾਣਦੇ ਹੋ। ਗੱਲਬਾਤ ਸਾਡੀ ਬੜੀ ਇੰਟਰਸਟਿੰਗ ਮੋਡ ਤੇ ਸੀ ਔਰ ਪੰਜਾਬ ਦੇ ਬਟਵਾਰੇ ਦੇ ਹਵਾਲੇ ਨਾਲ ਗੱਲ ਕਰ ਰਹੇ ਸਾਂ ਤੇ ਸਰ ਤੁਸੀਂ ਦੱਸ ਰਹੇ ਸੀ ਉਹ ਵਾਲੀ ਸਟੋਰੀ ਤੇ ਫਿਰ ਉਹ ਮੁਲਾਕਾਤ ਹੋ ਗਈ ਦੋਵਾਂ ਨੂੰ ਫੈਮਲੀਆਂ ਦੀ ਇੱਕ ਹਾਂ ਅੱਛਾ, ਦੋਨੋਂ ਪਾਸੇ ਮਾਮੇ ਚਾਚਿਆਂ ਦਾ ਰਿਸ਼ਤਾ ਹੈ। ਉਹ ਇੱਕ ਦੂਸਰੇ ਨੂੰ ਕੀ ਕਹਿੰਦੇ ਨੇ, ਪ੍ਰੈਜ਼ੈਂਟ ਵੀ ਭੇਜਦੇ ਨੇ, ਗਿਫਟਸ ਵੀ ਭੇਜਦੇ ਨੇ, ਕਿਉਂਕਿ ਰਿਸ਼ਤਾ ਤੇ ਮਾਂ ਦਾ ਔਰ ਬੇਟੀ ਦਾ ਹੈ ਨਾ। ਉਹਨਾਂ ਦੀ ਦੋ ਫੈਮਲੀਆਂ ਬਣ ਚੁੱਕੀਆਂ ਹੋਈਆਂ ਨੇ, ਮਾਂ ਦੀ ਵੀ ਤੇ ਬੇਟੀ ਦੀ ਵੀ। ਸਹੀ ਲੇਕਿਨ ਪਿਆਰ ਇੰਨਾ ਹੈਗਾ। ਮੇਰੀ ਇੱਕ ਆਪਣੀ ਅੰਡਰਸਟੈਂਡਿੰਗ ਹੈ ਕਿ ਆਮ ਇਨਸਾਨਾਂ ਦੇ ਵਿੱਚ ਬਹੁਤ ਘੱਟ ਪ੍ਰੈਜੁਡਿਸ ਹੁੰਦਾ ਹੈ। ਹਾਲਾਤ ਜੈਸੇ ਹੋਣ ਇਨਸਾਨ ਉਹਨਾਂ ਨੂੰ ਐਕਸੈਪਟ ਕਰ ਲੈਂਦੇ ਨੇ। ਸਹੀ। ਇਹ ਸਾਰਾ ਪੋਲੀਟਿਕਲੀ ਹੁੰਦਾ ਹੈ, ਆਈਡੀਓਲੋਜਿਕਲੀ ਲੋਕਾਂ ਨੂੰ ਤੰਗ ਕੀਤਾ ਜਾਂਦਾ ਹੈ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ। ਮਸਲਨ ਤੁਹਾਨੂੰ ਮੈਂ ਇੱਕ ਮਿਸਾਲ ਦਿਆਂ ਜੀ। ਜਦੋਂ ਵਾਜਪਾਈ ਸਾਹਿਬ ਆਏ ਸਨ ਨਾ 1990 ਚ ਲਾਹੌਰ, ਤੇ ਕਿਸੇ ਨੇ ਸ਼ਰਾਰਤ ਤੇ ਜਾਂ ਜਸਟ ਚੈੱਕ ਕਰਨ ਲਈ ਪਾਕਿਸਤਾਨੀ ਅਖਬਾਰਾਂ ਛਾਪਤਾ ਕਿ ਜਿਹੜੇ ਮੁਸਲਮਾਨ ਈਸਟ ਪੰਜਾਬ ਜਾ ਕੇ ਆਪਣੇ ਬਜ਼ੁਰਗਾਂ ਦੇ ਪਿੰਡ ਜਾਂ ਕਬਰਾਂ ਤੇ ਉਹ ਅਪਲਾਈ ਕਰ ਦੇਣ ਫॉर ਵੀਜ਼ਾ। ਅੱਛਾ। ਪਤਾ ਲੱਗਾ ਹਜ਼ਾਰਾਂ ਲੋਕਾਂ ਨੇ ਅਪਲਾਈ ਕਰਤਾ, ਬਟ ਉਹ ਸਾਰਾ ਇੱਕ ਫੇਕ ਗੱਲ ਹੈਗੀ ਸੀ। ਅੱਛਾ, ਠੀਕ ਹੈ। ਬਟ ਵਾਟ ਡਸ ਇਟ ਪ੍ਰੂਵ? ਇਟ ਪ੍ਰੂਵਸ ਕਿ ਮਿੱਟੀ ਦੀ ਪੁੱਲ ਜਿਹੜੀ ਹੈ ਨਾ ਉਹ ਯੂਨੀਵਰਸਲ ਹੈ। ਹਿੰਦੂ ਸਿੱਖਾਂ ਦੇ ਕੋਲੋਂ ਤੁਸੀਂ ਅਕਸਰ ਸੁਣ ਲਓਗੇ ਲਾਹੌਰ ਵਿੱਚ, ਕਿੱਥੇ ਅਸੀਂ ਚਿਨੋਟ ਵਿੱਚ, ਜੰਗ ਵਿੱਚ। ਮੁਸਲਮਾਨਾਂ ਪਾਕਿਸਤਾਨੀਆਂ ਨੂੰ ਕਿਹਾ ਗਿਆ ਕਿ ਪਾਰਟੀਸ਼ਨ ਨਾ ਹੁੰਦੀ ਤੇ ਅਸੀਂ ਗੁਲਾਮ ਰਹਿ ਜਾਂਦੇ, ਸਾਡੇ ਤੇ ਇਹ ਹਾਵੀ ਹੋ ਜਾਂਦੇ। ਲਿਹਾਜ਼ਾ ਲੋਕ ਖੁੱਲ ਕੇ ਕਦੀ ਗੱਲ ਨਹੀਂ ਕਰਦੇ, ਉਹ ਪਾਰਟੀਸ਼ਨ ਨੂੰ ਜਸਟੀਫਾਈ ਕਰਦੇ ਫਿਰਦੇ ਨੇ। ਹਾਲਾਂਕਿ ਉਹਨਾਂ ਦੇ ਅੰਦਰ ਦੇ ਦੁੱਖ ਜਿਹੜੇ ਨੇ, ਉਹਨਾਂ ਦੀ ਭੈਣਾਂ ਭਰਾਵਾਂ ਬਜ਼ੁਰਗ, ਐਸੇ ਬਜ਼ੁਰਗ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਸਾਨੂੰ ਛੱਡ ਦਿਓ, ਅਸੀਂ ਤੇ ਟੁਰ ਨਹੀਂ ਸਕਦੇ, ਸਾਡਾ ਜੋ ਹਾਲ ਹੋਏਗਾ। ਔਰ ਕਈਆਂ ਨੇ ਆਪਣੀ ਮਾਂ ਨੂੰ ਉੱਥੋਂ ਦੇਖਿਆ ਜਾਂਦੇ ਹੋਏ, ਕਿਉਂਕਿ ਜੇ ਮਾਂ ਨੂੰ ਚੁੱਕ ਕੇ ਕਿੰਨੀ ਦੇਰ ਲਿਜਾਣ, ਬਾਰਡਰ ਇਜ਼ 100 ਤੇ ਉਹ ਉਹਨਾਂ ਨੂੰ ਛੱਡਣਾ ਪਿਆ। ਉਹ ਤੁਸੀਂ ਉਹ ਦਿਲ ਜਿਗਰਾ ਦੇਖੋ ਨਾ, ਉਹ ਯਾਦ ਕਿ ਅਖੀਰ ਤੱਕ ਉਸ ਪੁੱਤਰ ਨੂੰ ਯਾਦ ਨਹੀਂ ਰਹੇਗਾ ਕਿ ਮੈਂ ਆਪਣੀ ਮਾਂ ਨੂੰ ਛੱਡ ਕੇ ਆਇਆ, ਆਪਣੀ ਭੈਣਾਂ ਨੂੰ ਛੱਡ ਕੇ ਆਇਆ। ਔਰ ਇਹ ਦੋਨੋਂ ਪਾਸੇ ਹੋਇਆ। ਬਟ ਲੈਟ ਮੀ ਪੁੱਟ ਦਿਸ ਥਿੰਗ ਔਨ ਰਿਕਾਰਡ ਥੋੜਾ ਕਿ ਇਹ ਵਾਇਲੈਂਸ ਕੀ ਹੋਈ। ਬੇਹਲ ਇਹ ਸਵਾਲ ਹੋਣਾ ਚਾਹੀਦਾ ਹੈ। ਬਿਲਕੁਲ। ਇੱਕ ਤੇ ਵਾਇਲੈਂਸ ਦੀ ਵਜ੍ਹਾ ਇਹ ਵੇ ਕਿ ਅੰਗਰੇਜ਼ਾਂ ਨੇ 1857 ਦੇ ਬਾਅਦ ਫੌਜ ਦੇ ਵਿੱਚ ਭਰਤੀ ਜਿਹੜੀ ਹੈ ਬੰਗਾਲੀਆਂ ਦੀ ਤੇ ਬਿਹਾਰੀਆਂ ਦੀ ਬੰਦ ਕਰਤੀ ਹੋਈ ਸੀ, ਖਾਸ ਤੌਰ ਤੇ ਬੰਗਾਲੀਆਂ ਦੀ। ਉਹ ਮੰਗਲ ਪਾਂਡੇ ਔਰ ਇਹ ਜਿਹਨਾਂ ਨੇ ਬਗਾਵਤ ਸ਼ੁਰੂ ਕੀਤੀ ਸੀ, ਲਿਹਾਜ਼ਾ ਬੰਗਾਲੀਜ਼ ਵਰ ਨਾਟ ਬੀਇੰਗ ਰਿਕਰੂਟਡ ਬਾਈ ਦ ਬ੍ਰਿਟਿਸ਼ ਇੰਡੀਅਨ ਆਰਮੀ, ਜਿਹੜੀ ਨਈ ਆਰਮੀ ਬਣੀ ਸੀ। ਇਹਨਾਂ ਨੇ ਪੰਜਾਬ ਤੋਂ ਲੋਕ ਲਏ ਸਨ, ਕਿਉਂਕਿ 1857 ਦੇ ਉਸ ਗਦਰ ਨੂੰ, ਆਜ਼ਾਦੀ ਦੀ ਜੰਗ ਨੂੰ ਕ੍ਰਸ਼ ਕਰਨ ਲਈ ਲੋਕ ਪੰਜਾਬ ਤੋਂ ਆਏ ਸਨ। ਹਾਂਜੀ, ਪੰਜਾਬ ਰੈਜੀਮੈਂਟ ਸੀ ਜੀ ਸਾਡੇ, ਮਤਲਬ ਉਸ ਟਾਈਮ ਤੇ। ਅਗਰ ਪਹਿਲੇ ਵੀ ਤੁਸੀਂ ਹਿਸਟਰੀ ਨੂੰ ਪੜ੍ਹੋਗੇ ਜੀ ਨਹੀਂ, ਉਹ ਇੱਥੋਂ ਲੈ ਕੇ ਇੱਥੋਂ ਦੇ ਜਿਹੜੇ ਲੈਂਡਲੌਰਡ ਨੇ ਉਹਨਾਂ ਨੂੰ ਬਾਅਦ ਹੀ ਸਾਰਿਆਂ ਨੂੰ ਜ਼ਮੀਨਾਂ ਮਿਲੀਆਂ ਨਾ, ਨਵਾਬੀਆਂ ਵੀ ਮਿਲੀਆਂ। ਇਟਸ ਆਲ ਔਨ ਰਿਕਾਰਡ। ਕੋਈ ਇਹ ਤੇ ਸਾਡੀ ਹਿਸਟਰੀ 100 ਸਾਲ ਪੁਰਾਣੀ ਹੈ, ਤੁਹਾਡੇ ਵੱਡੇ ਦੱਸ ਸਕਦੇ ਨੇ ਸਾਰਾ ਕੁਝ ਕਿ ਇਹ ਉਹ ਲੋਕ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਉਦੋਂ ਸਾਥ ਦਿੱਤਾ ਸੀ। ਖੈਰ ਸਾਥ ਦਿੱਤਾ। ਅੱਛਾ। ਸੋ ਪਾਰਟੀਸ਼ਨ ਦੇ ਬਾਅਦ ਸਾਰੀ ਰਿਕਰੂਟਮੈਂਟ ਜਿਹੜੀ ਹੈ 2.5 ਮਿਲੀਅਨ ਫਰਸਟ ਵਰਲਡ ਵਾਰ ਵਿੱਚ ਹੋਏ ਸਨ ਰਿਕਰੂਟ। ਉਹਦੇ ਚੋਂ 1.1 ਮਿਲੀਅਨ ਪੰਜਾਬ ਤੋਂ ਸਨ ਜੀ। ਔਰ ਸੈਕੰਡ ਵਰਲਡ ਵਾਰ ਵਿੱਚ ਵੀ ਇੱਥੇ ਹੀ ਬਹੁਤ ਜ਼ਿਆਦਾ ਉਹਨਾਂ ਨੇ ਕੀਤਾ। ਹੁਣ ਤੁਸੀਂ 4 ਸਾਲ ਜੰਗ ਦੀ ਟ੍ਰੈਂਚਾਂ 'ਚ ਰਹੋ ਤੇ ਕਿਸੇ ਨੂੰ ਮਰਡਰ ਕਰ ਦੇਣਾ ਮਿਹਲ ਇਜ਼ ਵੈਰੀ ਨੈਚੁਰਲ, ਬਿਕੋਜ਼ ਯੂ ਆਰ ਡੂਇੰਗ ਇਟ ਟੂ ਸੇਵ ਯੋਰਸੈਲਫ। ਤੇ ਜਦੋਂ ਸੈਕੰਡ ਵਰਲਡ ਵਾਰ 45 ਵਿੱਚ ਖਤਮ ਹੋਈ, ਕਈ ਲੋਕ ਤੇ ਮਿਹਲ ਮੈਂਟਲੀ ਡਿਰੇਲਡ ਹੋ ਚੁੱਕੇ ਸਨ, ਉਹ ਵਾਪਸ ਆਪਣੇ ਪਿੰਡਾਂ 'ਚ ਆ ਗਏ। ਕਈ ਆਪਣੇ ਨਾਲ ਗ੍ਰੇਨੇਡ ਲੈ ਆਏ, ਛੋਟੇ ਹਥਿਆਰ ਲੈ ਆਏ। ਉਹ ਸਾਰਾ ਮੇਰੀ ਜਦੋਂ ਉਹਨਾਂ ਨੇ ਬਿਆਨ ਦਿੱਤਾ, ਸਭ ਨੇ ਦੱਸਿਆ ਕਿ ਇਹ ਹੋਇਆ, ਅਸੀਂ ਨਾਲ ਇਹ ਚੀਜ਼ਾਂ ਲੈ ਆਏ ਆ। ਹੁਣ ਪੰਜਾਬ ਦੇ ਵਿੱਚ ਮਸਲਾ ਇਹ ਸੀ ਕਿ ਈਸਟਰਨ ਪੰਜਾਬ ਯਾਨੀ ਅੰਬਾਲਾ ਡਿਵੀਜ਼ਨ, 5 ਡਿਵੀਜ਼ਨ ਸਨ ਪੰਜਾਬ ਦੀਆਂ, ਅੰਬਾਲਾ, ਜਲੰਧਰ, ਲਾਹੌਰ, ਮੁਲਤਾਨ ਔਰ ਰਾਵਲਪਿੰਡੀ।
मुल्तान और रावलपिंडी ओवरवेलमिंगली 80% मुस्लिम, हम्म अंबाला डिवीजन 30% मुस्लिम, द रेस्ट हिंदू सिख। ठीक, लेकिन जलंधर और लाहौर डिवीजन विच तीनों कम्युनिटी बहुत सन, बहुत ज्यादा सी। लेकिन मुसलमाना दी लाहौर दे इर्द गिर्द कुछ शहरां विच मेजोरिटी, कुछ शहरां विच फिरोजपुर हाँ शहर विच नहीं पिंडां दे विच पिंडा हिंदू सिखां दी मेजोरिटी। सर मेरा ਜਿਹੜਾ ਪਿਛੋਕੜ ਹੈ ਨਾ, ਮੇਰਾ ਦਾਦਕਾ ਨਾਨਕਾ ਇਹ ਸਾਰਾ ਫਿਰੋਜ਼ਪੁਰ, ਗੁਰਦਾਸਪੁਰ, ਇਹ ਜਲੰਧਰ, ਇਹ ਵਾਲਾ ਪਾਸਾ ਹੈ ਜੀ। ਉਹ ਵਾਲਾ ਪਾਸਾ ਹੈ, ਹਾਂਜੀ ਉਹ ਤੁਹਾਨੂੰ ਦੱਸਦੇ ਹੋਣਗੇ ਜੀ ਜੀ, ਕਿ ਤਕਰੀਬਨ ਇੱਕੋ ਜਿਹੇ ਨੰਬਰ ਹੁੰਦੇ ਇੱਕੋ ਸੀ, ਜੈਸੇ ਸੀ, ਔਰ ਬੜਾ ਪਿਆਰ ਸੀ, ਬੜਾ ਪਿਆਰ ਸੀ ਉੱਥੇ। ਪਿਆਰ ਵੀ ਸੀ, ਬਹੁਤ ਪਿਆਰ ਸੀ। ਬਹੁਤ ਸੀ। ਮੇਰੀ ਕਿਤਾਬ ਵਿੱਚ ਇਹਦੇ ਪੂਰੀ ਨਿਸ਼ਾਨੀਆਂ ਨੇ ਕਿ ਬਹੁਤ ਪਿਆਰ ਸੀ। ਕੁਝ ਪ੍ਰੈਜੁਡਿਸਿਸ ਵੀ ਸਨ ਜਿਹੜੀਆਂ ਕਿ ਛੁਪਾਉਣੀ ਨਹੀਂ ਚਾਹੀਦੀਆਂ, ਕਿਉਂਕਿ ਅਸੀਂ ਗੋਸ਼ਤ ਖਾਂਦੇ ਆ, ਆਰਥੋਡਾਕਸ ਹਿੰਦੂ ਨਹੀਂ ਖਾਂਦੇ, ਤੇ ਉਹ ਇਹ ਕਹਿੰਦੇ ਸਨ ਯਾਰ ਤੁਸੀਂ ਆਪਣਾ ਕਰ ਲਓ, ਬਾਕੀ ਸਾਰਾ ਸਾਡਾ ਠੀਕ ਹੈ। ਤੇ ਉਹ ਹੁੰਦਾ ਕਿ ਰੂਰਲ ਵਿਜ਼ਡਮ ਸਦੀਆਂ ਤੋਂ ਚਲਦੀ ਆਂਦੀ ਹੈ। ਹਾਂਜੀ ਹਾਂਜੀ ਬਿਲਕੁਲ ਠੀਕ ਹੈ, ਇਹ ਉਹਨਾਂ ਨੂੰ ਮਨਾ ਹੈ, ਇਹ ਸਾਨੂੰ ਮਨਾ ਹੈ, ਹੁਣ ਅਸੀਂ ਸੂਰ ਤੇ ਨਹੀਂ ਨਾ ਖਾਂਦੇ, ਨਹੀਂ ਖਾਂਦੇ, ਬਿਲਕੁਲ ਬਿਲਕੁਲ। ਹਾਂ, ਤੇ ਇਹ ਹੁਣ ਅੰਗਰੇਜ਼ਾਂ ਨਾਲ ਅਸੀਂ ਜਾ ਕੇ ਰੋਜ਼ ਛੁਰੀਆਂ ਉਹਨਾਂ ਨੂੰ ਮਾਰ ਰਹੇ ਹਾਂ ਕਿ ਉਹ ਖਾਂਦੇ ਨਹੀਂ ਨਾ ਖਾਂਦੇ। ਦੇਖੋ ਨਾ, ਤੁਸੀਂ ਵੀ ਬੈਠੇ ਹੋ ਤੇ ਵੀ ਆਰ ਐਕਸੈਪਟਡ ਇਟ। ਹਾਂ, ਤੇ ਇਸ ਤਰ੍ਹਾਂ ਦੀ ਚੀਜ਼ਾਂ ਸਨ, ਕੋਈ ਐਡੀ ਵੱਡੀਆਂ ਨਹੀਂ ਸਨ। ਅਲਬੱਤਾ ਜਿਹੜੀ ਚੀਜ਼ ਪ੍ਰੋਬਲਮੈਟਿਕ ਸੀ, ਇਹ ਜ਼ਰਾ ਸੁਣ ਲਓ ਜੀ। ਸਾਰੇ ਹਿੰਦੁਸਤਾਨ ਨੂੰ ਜਦੋਂ ਅੰਗਰੇਜ਼ ਨੇ ਕੈਪਚਰ ਕੀਤਾ ਤੇ ਉਹਨੇ ਆਪਣੀ ਇੱਕ ਨਈ ਇਕਨੋਮੀ ਵੀ ਤੇ ਬਣਾਈ ਨਾ ਉਹਨੂੰ ਚਲਾਉਣ ਲਈ, ਜਿਹੜੀ ਇੱਕ ਇੰਪੀਰੀਅਲਿਸਟ ਇਕਨੋਮੀ ਸੀ। ਜੀ ਜੀ ਜੀ। ਉਸ ਇਕਨੋਮੀ 'ਚ ਉਹ ਕੈਪੀਟਲਿਜ਼ਮ ਦੇ ਲਾਜ਼ ਲੈ ਕੇ ਆਏ। ਬੈਂਕਾਂ ਇਹ ਲੋਨ ਲੈਣਾ ਦੇਣਾ ਵਾਲਾ ਸਿਲਸਿਲਾ ਇੱਕ ਲਾਰਜ ਸਕੇਲ ਤੇ ਹੋਇਆ, ਕਿਉਂਕਿ ਮੁਸਲਮਾਨਾਂ ਵਿੱਚ ਬੈਂਕਿੰਗ ਤੇ ਪਹਿਲੇ ਇੱਕ ਹੈ ਕਿ ਰਿਬਾ ਨਹੀਂ ਲੈਣਾ, ਤੇ ਇਹ ਵੇ। ਦੂਸਰਾ, ਕਿਉਂਕਿ ਮੁਸਲਮਾਨਾਂ ਨੂੰ ਇੱਕ ਖਿਆਲ ਸੀ ਕਿ ਹਕੂਮਤ ਤੇ ਸਾਡੀ ਸੀ, ਤੇ ਉਹਨਾਂ ਨੇ ਕਿਹਾ ਸੀ ਅੰਗਰੇਜ਼ੀ ਐਜੂਕੇਸ਼ਨ ਨਾਲ ਨਹੀਂ ਜਾਣਾ। ਸਰ ਸੈਯਦ ਦੀ ਹੋਰ ਮੇਰੀ ਬਹੁਤ ਤਨਕੀਦ ਹੈ ਉਹਨਾਂ ਤੇ, ਲੇਕਿਨ ਇਹ ਉਹਨਾਂ ਦੀ ਬੜੀ ਮਿਹਰਬਾਨੀ ਹੈ। ਹਾਂਜੀ ਬਿਲਕੁਲ। ਉਹ ਮੁਸਲਮਾਨਾਂ ਨੂੰ ਉਹਨਾਂ ਨੇ ਕਿਹਾ ਕਿ ਜੇ ਜ਼ਿੰਦਾ ਰਹਿਣਾ ਹੈ ਤੇ ਵੈਸਟਰਨ ਐਜੂਕੇਸ਼ਨ ਲਵੋ, ਜਦੀਦ ਤਾਲੀਮ, ਮਦਰਸੇ 'ਚ ਕੁਝ ਨਹੀਂ ਬਣਨਾ। ਇਹ ਉਹਨਾਂ ਦੀ ਬਹੁਤ ਕੰਟਰੀਬਿਊਸ਼ਨ ਹੈ। ਉਹਨਾਂ ਦੀ ਕੁਝ ਹੋਰ ਗੱਲਾਂ ਨੇ ਜਿਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ, ਵਿਚ ਆਰ ਆਈ ਹੋਲਡ ਅਗੇਂਸਟ ਹਿਮ, ਠੀਕ ਹੈ ਨਾ, ਲੇਕਿਨ ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹ ਤੇ ਅਸੀਂ ਮੰਨੀਏ ਨਾ, ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਹਿੰਦੂਆਂ ਨੂੰ ਰਾਜਾ ਰਾਮ ਮੋਹਨ ਰਾਏ ਕੋਈ ਉਸ ਤੋਂ 90 ਸਾਲ ਪਹਿਲੇ ਲੈ ਆਏ ਸਨ ਐਜੂਕੇਸ਼ਨ ਵਿੱਚ। ਲਿਹਾਜ਼ਾ ਸਾਰੇ ਹਿੰਦੁਸਤਾਨ ਵਿੱਚ ਔਰ ਸਾਰੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਜਿਹੜੇ ਸਨ ਜ਼ਿਆਦਾ ਐਜੂਕੇਟਿਡ, ਗਵਰਨਮੈਂਟ ਆਫਿਸਿਸ ਆਪਣੀ ਪ੍ਰਪੋਰਸ਼ਨ ਤੋਂ ਜ਼ਿਆਦਾ, ਔਰ ਇਕਨੋਮੀ ਦੀ ਜਿਹੜੀਆਂ ਇੰਡਸਟਰੀ ਜੋ ਵੀ ਲੱਗੀ, ਬਿਜ਼ਨਸ, ਉਹ ਸਾਰਾ ਉਹਨਾਂ ਦੇ ਕੋਲ ਸੀ। ਮੁਸਲਮਾਨ ਵੱਡੇ ਲੈਂਡਲॉर्ड, ਦਰਮਿਆਨੇ ਲੈਂਡਲॉर्ड, ਛੋਟੇ ਕਿਸਾਨ ਔਰ ਮੁਜ਼ਾਰੇ ਸਨ। ਸਿੱਖਾਂ ਦੇ ਵਿੱਚ ਵੀ ਜ਼ਿਆਦਾ, ਕਿਉਂਕਿ ਜੱਟ ਹੈਗੇ ਨੇ, ਮਤਲਬ ਜਿਹੜੇ ਜੱਟ ਸਨ ਉਹ ਜ਼ਿਮੀਂਦਾਰੀ ਕਰਦੇ ਸਨ, ਤੇ ਜਿਹੜੇ ਕਮਜ਼ੋਰ ਸਨ ਉਹ ਮੁਜ਼ਾਰੇ ਦਾ ਕੰਮ ਕਰਦੇ ਸਨ। ਸਿੱਖਾਂ ਦੇ ਵਿੱਚ ਜਿਹੜੇ ਹੈਗੇ ਨੇ ਖੱਤਰੀ, ਜਿਹੜੇ ਬਾਪੇ ਖਿਲਾਉਂਦੇ ਨੇ ਰਾਵਲਪਿੰਡੀ ਦੇ, ਉਹ ਬਿਜ਼ਨਸ ਹੀ ਕਰਦੇ ਸਨ ਜੀ। ਤੇ ਪੰਜਾਬ ਵਿੱਚ ਜਿਹੜਾ ਇੱਕ ਇੰਬੈਲੈਂਸ ਸੀ, ਮੈਜੋਰਿਟੀ ਇੱਥੇ ਓਵਰਆਲ ਪੂਰੇ ਪੰਜਾਬ ਵਿੱਚ 57.1% ਮੁਸਲਮਾਨਾਂ ਦੇ ਸੀ, ਲੇਕਿਨ ਇਕਨੋਮੀ 'ਚ, ਐਜੂਕੇਸ਼ਨ 'ਚ, ਗਵਰਨਮੈਂਟ ਰਿਪਰੈਜ਼ੈਂਟੇਸ਼ਨ 'ਚ ਉਹ ਅੱਗੇ ਸਨ। ਅਲਬੱਤਾ ਬ੍ਰਿਟਿਸ਼ ਆਰਮੀ 'ਚ ਮੁਸਲਮਾਨ ਸਭ ਤੋਂ ਜ਼ਿਆਦਾ ਸਨ। ਪੰਜਾਬ ਦੀ ਪੁਲਿਸ 73% ਮੁਸਲਮਾਨ ਸੀ, ਹਾਲਾਂਕਿ 57.1% ਮੈਜੋਰਿਟੀ ਸੀ ਮੁਸਲਮਾਨਾਂ ਦੀ। ਲਿਹਾਜ਼ਾ ਇਹ ਇਸ ਕਿਸਮ ਦੀਆਂ ਕੋਈ ਹੈ ਆਪਣਾ, ਯੂ ਹੈਵ ਟੂ ਕੀਪ ਇਨ ਮਾਈਂਡ ਕਿ ਕਿਉਂ ਇੰਨਾ ਫਿਰ ਕਤਲੇਆਮ ਹੋਇਆ। ਹਾਂਜੀ, ਦੈਟਸ ਵਾਟ ਵੀ ਆਰ ਟ੍ਰਾਈਂਗ ਟੂ ਫਾਈਂਡ ਆਊਟ। ਜੀ ਬਿਲਕੁਲ। ਹੁਣ ਇੱਕ ਗੱਲ ਹੈ ਕਿ ਇਹ ਸ਼ਾਇਦ ਰੁਕ ਵੀ ਸਕਦਾ ਸੀ। 1944 ਵਿੱਚ ਮਹਾਤਮਾ ਗਾਂਧੀ ਨੂੰ ਰਿਲੀਜ਼ ਕੀਤਾ ਗਿਆ, ਕਿਉਂਕਿ ਕੁਇਟ ਇੰਡੀਆ ਮੂਵਮੈਂਟ ਦੇ ਬਾਅਦ ਸਾਰੀ ਕਾਂਗਰਸ ਨੂੰ ਜੇਲ੍ਹ 'ਚ ਪਾਤਾ ਸੀ ਨਾ, ਅਗਸਤ 42 ਦੇ ਬਾਅਦ। ਅੱਛਾ, ਲੇਕਿਨ ਹੁਣ ਸੀ ਕਿ ਜਿਨ੍ਹਾਂ ਸਾਹਿਬ ਨੇ ਕਿਹਾ ਸੀ ਅਸੀਂ ਤੁਹਾਡੀ ਮਦਦ ਕਰਾਂਗੇ ਜੰਗ ਦੇ ਦੌਰਾਨ, ਕਾਂਗਰਸ ਨੇ ਜੰਗ ਦੇ ਦੌਰਾਨ ਅੰਗਰੇਜ਼ਾਂ ਦਾ ਸਾਥ ਨਹੀਂ ਦਿੱਤਾ। ਅੱਛਾ, ਐਂਡ ਆਈ ਕੈਨ ਅੰਡਰਸਟੈਂਡ, ਅੰਗਰੇਜ਼ਾਂ ਨੇ ਫਿਰ ਮੁਸਲਿਮ ਲੀਗ ਨੂੰ ਸਪੋਰਟ ਕੀਤਾ। ਔਰ ਲਾਰਡ ਲਿਨਲਿਥਗੋ ਇਜ਼ ਔਨ ਰਿਕਾਰਡ ਕਿ ਵੀ ਹੈਡ ਅ ਪਰਸਨਲ ਇੰਟਰਸਟ ਇਨ ਪ੍ਰੋਮੋਟਿੰਗ ਮਿਸਟਰ ਜਿਨਾ। ਔਰ ਜਿਨਾ ਸਾਹਿਬ ਦਾ ਬਿਆਨ ਹੈ ਉੱਥੇ ਕਿ ਅਪ ਅੰਟਿਲ ਨਾਓ ਇਟ ਵਾਸ ਮਿਸਟਰ ਗਾਂਧੀ, ਮਿਸਟਰ ਗਾਂਧੀ, ਮਿਸਟਰ ਗਾਂਧੀ, ਨਾਓ ਦੇ ਆਰ ਲੇਇੰਗ ਦ ਰੈਡ ਕਾਰਪੇਟ ਫॉर ਮੀ। ਇਹ ਉਹਨਾਂ ਦੀ ਮੈਂ ਕੋਟ ਕੀਤਾ ਉਹਨਾਂ ਨੂੰ। ਆਫ ਕੋਰਸ ਅੰਗਰੇਜ਼ਾਂ ਨੂੰ ਚਾਹੀਦੇ ਨੇ ਸੋਲਜਰ, ਔਰ ਮਦਦ ਚਾਹੀਦੀ ਹੈ
ਕਾਂਗਰਸ ਕਹਿੰਦੀ ਹੈ ਇੱਥੋਂ ਨਿਕਲ ਜਾਓ, ਉਹਨਾਂ ਨੂੰ ਪਾਉਂਦੇ ਨੇ ਜੇਲ੍ਹ ਵਿੱਚ, ਤੇ ਫਾਇਦਾ ਤੇ ਵਿੱਚ ਮੁਸਲਿਮ ਲੀਗ ਨੂੰ ਹੀ ਹੋਏਗਾ ਨਾ। So this is how the Muslim League expanded, promising ਕਿ ਜੰਗ ਦੇ ਬਾਅਦ ਅਸੀਂ ਆਪਣਾ ਮੁਲਕ ਬਣਾਵਾਂਗੇ। ਉਹ ਮੁਸਲਮਾਨਾਂ 'ਚ ਅਪੀਲ ਇੱਕ ਬਣ ਗਏ, ਕਿਉਂਕਿ ਉਹਦੇ 'ਚ ਇਹਨਾਂ ਨੇ ਹਰ ਚੀਜ਼ ਪ੍ਰੋਮਿਸ ਕਰਤੀ ਕਿ ਰਸੂਲ ਅੱਲਾਹ ਦੀ ਤਰਜ਼ ਦੀ ਜਿਹੜੀ ਇਨਸਾਫ ਹੋਇਆ ਕਰੇਗਾ, ਔਰ ਸ਼ਰੀਆ ਜਿਹੜੀ ਹੈ ਗਰੀਬ ਔਰ ਅਮੀਰ ਦਾ ਇਮਤਿਆਜ਼ ਖਤਮ ਕਰ ਦੇਗੀ, ਮਨੀ ਲੈਂਡਰ ਤੋਂ ਤੁਸੀਂ ਆਜ਼ਾਦ ਹੋ ਜਾਓਗੇ, ਔਰ so on and so forth, ਯਾਨੀ ਆਉਣ ਵਾਲੀ ਜ਼ਿੰਦਗੀ 'ਚ ਵੀ ਤੁਹਾਡੀ ਨਿਜਾਤ ਤੇ ਨਿਜਾਤ ਹੋ ਜਾਏਗੀ। ਤੇ ਸਰ ਫਿਰ ਇਹ ਜਿਹੜਾ ਕਤਲੇ-ਆਮ ਹੋਇਆ, ਮੈਂ ਆ ਰਿਹਾ, just give me 1 minute। ਜੀ but this is still 1944 and Lord Wavell wanted ਕਿ ਕਿਸੇ ਤਰੀਕੇ ਨਾਲ ਇਹਨਾਂ ਦਾ ਪੰਜਾਬ ਤੇ ਕੋਈ ਸਮਝੌਤਾ ਹੋ ਜਾਏ, so he released ਮਹਾਤਮਾ ਗਾਂਧੀ। ਔਰ ਗਾਂਧੀ ਜੀ ਨੇ ਫਿਰ ਕੋਈ 21 ਦਫਾ ਕਾਇਦੇ ਆਜ਼ਮ ਦੇ ਘਰ ਮਾਲਾਬਾਰ ਹਿੱਲ ਤੇ ਜਿਹੜਾ ਸੀ ਉਹ ਆਏ ਨੇ ਉਹਨਾਂ ਦੇ ਕੋਲ, ਉਹ ਪੂਰੀ ਫੋਟੋਜ਼ ਨੇ ਉਹਨਾਂ ਤੇ। ਔਰ ਹਰ ਰੋਜ਼ ਪ੍ਰੈਸ ਕਾਨਫਰੰਸ ਹੁੰਦੀ ਸੀ, ਲੋਕ ਕਹਿ ਰਹੇ ਸਨ ਯਾਰ ਇਹਨਾਂ ਦਾ ਕੁਝ ਫੈਸਲਾ ਹੋ ਜਾਏਗਾ ਤੇ ਅਮਨ ਹੋ ਜਾਏਗਾ। ਸਹੀ। ਮਹਾਤਮਾ ਗਾਂਧੀ ਨੇ ਆਫਰ ਕੀਤਾ, ਦੇਖੋ ਜੰਗ ਦੇ ਬਾਅਦ ਅਸੀਂ ਜਿਨ ਇਲਾਕਿਆਂ 'ਚ ਮੁਸਲਮਾਨ ਚਾਹੁੰਦੇ ਨੇ ਕਿ ਉਹ ਪਾਕਿਸਤਾਨ ਬਣਾਣਾ, ਤੇ ਉੱਥੇ ਅਸੀਂ ਪਲੇਬਿਸਾਈਡ ਕਰਾ ਲਾਂਗੇ। ਕਿਆ ਉੱਥੋਂ ਦੇ ਲੋਕ ਚਾਹੁੰਦੇ ਨੇ, ਲੇਕਿਨ ਉਸ ਪਲੇਬਿਸਾਈਡ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਹਿੰਦੂ ਸਿੱਖ ਵੀ ਸਾਨੂੰ ਦੱਸਣ ਕਿ ਕਿਆ ਉਹ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੁੰਦੇ ਨੇ ਜਾਂ ਨਹੀਂ। ਦਿਸ ਇਜ਼ ਵੈਰੀ ਇੰਪੋਰਟੈਂਟ, ਲੋਕ ਇਹਦਾ ਜ਼ਿਕਰ ਨਹੀਂ ਕਰਦੇ। ਕਾਇਦੇ ਆਜ਼ਮ ਦਾ ਮੌਕਫ ਹੈ ਸੀ ਕਿ ਯੈਸ ਪਲੇਬਿਸਾਈਡ ਯੈਸ, ਬਟ ਓਨਲੀ ਮੁਸਲਿਮਸ ਵਿਲ ਹੈਵ ਦ ਰਾਈਟ ਟੂ ਵੋਟ। ਅੱਛਾ। ਹਾਂ, this is all on ਜਿਨ੍ਹਾਂ ਦੀ ਕਿਤਾਬ ਵਿੱਚ on record ਹੈ। I am not the only one, ਜਿਹੜੇ ਪੜ੍ਹੇ ਲਿਖੇ ਲੋਕ ਨੇ ਸਭ ਜਾਣਦੇ ਨੇ। ਠੀਕ। Wavell hated Gandhi especially and Congress, ਕਿਉਂਕਿ ਉਹ ਹੀ ਆਜ਼ਾਦੀ ਮੰਗ ਰਹੇ ਸਨ ਨਾ। Even he writes that Jinnah overplayed his hand, ਕਿ ਜੇ ਜਿnnah ਸਾਹਿਬ ਇਸ ਚੀਜ਼ ਨੂੰ ਮੰਨ ਲੈਂਦੇ ਕਿ ਵੀ ਜੰਗ ਦੇ ਬਾਅਦ ਪਲੇਬਿਸਾਈਡ ਤੇ ਹੋਏਗਾ, ਕਿਉਂਕਿ ਦੇਖੋ ਨਾ ਆਰਗੂਮੈਂਟ ਜ਼ਰਾ ਸੁਣ ਲਓ ਸ਼ੁਗੁਫਤਾ ਜੀ, ਮੈਂ ਬਾਰ-ਬਾਰ ਲੋਕਾਂ ਨੂੰ ਸਮਝਾਉਂਦਾ। ਜੀ ਜ਼ਰੂਰ ਦੱਸੋ। ਇਹ ਇੱਕ ਮੁਸਲਿਮ ਮਾਈਨੋਰਿਟੀ ਉਹਨ ਇਲਾਕਿਆਂ ਜਿਹਦੇ ਚੋਂ ਮੈਜੋਰਿਟੀ ਇਹ ਚਾਹੁੰਦੀ ਹੈ ਉੱਥੇ ਆਪਣਾ ਮੁਲਕ ਬਣਾ ਲੈਣ, ਠੀਕ ਹੈ, ਕਿਉਂਕਿ ਜੇ ਸਾਰੇ ਪਾਕਿਸਤਾਨ ਦੇ ਬਣਨ ਤੇ ਵੋਟ ਹਿੰਦੂਆਂ ਦੇ ਵੀ ਲਿੱਤਾ ਜਾਂਦਾ ਤੇ ਉਹ ਵੋਟ ਤੱਕ ਦੀ ਪਾਕਿਸਤਾਨ ਨੂੰ ਨਹੀਂ ਸੀ ਮਿਲ ਸਕਦਾ। ਤੁਸੀਂ ਬਣਾਇਆ ਕਹਿ ਕੇ ਅਸੀਂ ਮੈਜੋਰਿਟੀ ਜਿੱਥੇ ਆ ਉੱਥੇ ਸਾਨੂੰ ਮੁਲਕ ਦਿਓ। ਠੀਕ। then the counter argument is, ਠੀਕ, you get your Pakistan, ਲੇਕਿਨ ਪਾਕਿਸਤਾਨ ਦੇ ਉਹ ਇਲਾਕੇ ਜਿਹਦੇ ਵਿੱਚ ਮੁਸਲਮਾਨ ਮੈਜੋਰਿਟੀ 'ਚ ਨਹੀਂ ਹੈਗੇ ਔਰ ਹਿੰਦੂ ਸਿੱਖ ਹਨ, ਉਹਨਾਂ ਨੂੰ ਫਿਰ ਰਾਈਟ ਹੈ ਕਿ ਉਹ ਅਲੱਗ ਹੋ ਕੇ ਹਿੰਦੁਸਤਾਨ ਦਾ ਹਿੱਸਾ ਬਣਨ, ਉਹਦਾ ਹਿੱਸਾ ਬਣ ਜਾਣ। ਠੀਕ। ਜਿਨ੍ਹਾਂ ਸਾਹਿਬ ਨੇ ਕਿਹਾ ਨਹੀਂ ਜੀ ਪਲੇਬਿਸਾਈਡ ਤੇ ਮੈਂ ਕਰਾਵਾਂਗਾ, ਲੇਕਿਨ ਸਿਰਫ ਮੁਸਲਮਾਨ ਕਰਨਗੇ। so he wanted India partitioned on the basis of religion, but whole of Punjab and Bengal ਜਿਹੜੇ ਮੁਸਲਿਮ ਮੈਜੋਰਿਟੀ ਪ੍ਰੋਵਿੰਸਸ ਸਨ ਉਹ ਪੂਰੇ ਪਾਕਿਸਤਾਨ ਨੂੰ ਮਿਲਣ। ਇਸ ਦੇ ਉੱਤੇ ਫਿਰ ਸਿੱਖਾਂ ਨੇ ਕਿਹਾ ਕਿ ਓਵਰ ਆਵਰ ਡੈਡ ਬੋਡੀ। ਉਹਦੀ ਵਜ੍ਹਾ ਦੇਖੋ, ਰਾਵਲਪਿੰਡੀ ਤੁਸੀਂ ਲੈ ਲਓ, ਲੇਕਿਨ ਰਾਵਲਪਿੰਡੀ ਕਿਉਂਕਿ ਬਹੁਤ ਦੂਰ ਹੈ ਉਹਨੂੰ ਭੁੱਲ ਜਾਓ। ਸਿਆਲਕੋਟ ਤੋਂ ਟੁਰੋ, ਗੁਜਰਾਂਵਾਲਾ ਆ ਜਾਓ, ਸ਼ੇਖੂਪੁਰਾ ਆ ਜਾਓ, ਲਾਹੌਰ ਆ ਜਾਓ, ਮੰਡਗੁਮਰੀ ਯਾਨੀ ਸਾਹੀਵਾਲ ਆ ਜਾਓ, ਉਕਾੜਾ ਆ ਜਾਓ, ਤੁਸੀਂ ਲਾਇਲਪੁਰ ਆ ਜਾਓ। ਜਿੰਨੀ ਇੰਡਸਟਰੀ ਜਿੰਨੀ ਬਿਜ਼ਨਸ ਹੈ ਉਹ ਤੇ ਹਿੰਦੂ ਸਿੱਖ ਓਨਰ ਸਨ, ਔਰ ਜ਼ਮੀਨਾਂ ਦਾ ਵੀ ਰੈਵਨਿਊ ਮੁਸਲਮਾਨਾਂ ਉਹ ਦਿੰਦੇ ਸਨ 75%, 25% ਪੰਜਾਬ ਦੇ ਵਿੱਚ ਰੈਵਨਿਊ ਮੁਸਲਮਾਨ ਦਿੰਦੇ ਸਨ ਕਿ ਮੁਸਲਮਾਨਾਂ ਦੀ ਜ਼ਮੀਨਾਂ ਇੰਨੀਆਂ ਨਹੀਂ ਸਨ ਜਿੰਨੀਆਂ ਸਿੱਖਾਂ ਦੀਆਂ ਹਨ ਸਨ ਔਰ ਹਿੰਦੂਆਂ ਦੀਆਂ ਸਨ। ਨਾਟ ਸੋ ਮਚ ਹਿੰਦੂ, ਉਹ ਅਰਬਨ ਸਨ ਸਿੱਖਾਂ ਦੀ। ਮਗਰ ਪਾਰਟੀਸ਼ਨ ਜਦੋਂ ਫਿਰ ਡਿਸਾਈਡ ਹੋ ਗਈ ਨਾ 3 ਜੂਨ ਨੂੰ, ਤੇ ਉਹਦੇ 'ਚ ਇਹ ਫੈਸਲਾ ਸੀ, ਇਹ ਸੁਣ ਲਓ ਜ਼ਰਾ, ਅੱਜ ਦੀ ਇਹ ਗੱਲ ਹਮੇਸ਼ਾ ਲਈ ਰਿਕਾਰਡ ਹੋ ਜਾਏਗੀ ਕਿ ਹੋਇਆ ਕੀ। 3 ਜੂਨ ਦਾ ਫੈਸਲਾ ਫਿਰ ਜਦੋਂ ਉਹਨੇ ਦੇਖਿਆ ਕਿ ਮੰਨਦੇ ਨਹੀਂ, ਫੈਸਲਾ ਇਹ ਹੋਇਆ ਕਿ ਇੰਡੀਆ ਦੀ ਹੁਣ ਪਾਰਟੀਸ਼ਨ ਹੋਏਗੀ, ਲੇਕਿਨ ਪੰਜਾਬ ਔਰ ਬੰਗਾਲ ਦੀ ਅਸੈਂਬਲੀਆਂ ਨੂੰ ਹਿੰਦੂ ਸਿੱਖ ਮੈਜੋਰਿਟੀ ਡਿਸਟ੍ਰਿਕਟ ਔਰ ਮੁਸਲਿਮ ਮੈਜੋਰਿਟੀ ਡਿਸਟ੍ਰਿਕਟ ਵਿੱਚ 2 ਬਲਾਕ ਬਣਾਤੇ ਜਾਣਗੇ। ਠੀਕ। ਪੰਜਾਬ ਵਿੱਚ ਤੇ ਬੰਗਾਲ ਵਿੱਚ ਤੇ ਸਿਰਫ ਹਿੰਦੂ ਔਰ ਮੁਸਲਮਾਨ ਸਨ ਨਾ, ਉਹ ਵੀ 2 ਬਲਾਕ ਬਣ ਜਾਣਗੇ। ਇਹ ਦੋਨੋਂ ਬਲਾਕ ਅਲੱਗ-ਅਲੱਗ ਵੋਟ ਦੇਣਗੇ ਇਫ ਦੇ ਵਾਂਟ ਟੂ ਬੀ ਪਾਰਟ ਆਫ ਪਾਕਿਸਤਾਨ। ਇੱਕ ਲੇਕਿਨ ਅਗਰ ਇੱਕ ਵੀ ਦਿੰਦਾ ਹੈ ਕਿ ਅਸੀਂ ਆਪਣੇ ਪ੍ਰੋਵਿੰਸ ਨੂੰ ਪਾਰਟੀਸ਼ਨ ਕਰਾਂਗੇ ਟੂ ਜੁਆਇਨ ਇੰਡੀਆ, ਤੇ ਫਿਰ ਪਾਰਟੀਸ਼ਨ ਹੋਏਗੀ।
ਓਕੇ। ਤੇ ਪੰਜਾਬ ਦੀ ਪਾਰਟੀਸ਼ਨ ਦੇ ਵਿੱਚ ਵੋਟ ਮੁਸਲਮਾਨਾਂ ਨੇ ਉਹਦੇ ਖਿਲਾਫ ਦਿੱਤਾ ਹੈ, ਹਿੰਦੂਆਂ ਸਿੱਖਾਂ ਨੇ ਉਹਦੇ ਹੱਕ 'ਚ ਦਿੱਤਾ ਹੈ। ਅੱਛਾ। ਹਾਂ, ਯੈਸ। ਤਾਂ ਕਿ ਇਹ ਜਿਹੜਾ ਹੁਣ ਹਿੰਦੁਸਤਾਨ ਦਾ ਹਿੱਸਾ ਬਣਿਆ ਪੰਜਾਬ, ਹਾਂ ਉਹ ਐਸੀ ਵਾਸਤੇ ਬਣਿਆ ਨਾ ਕਿ ਉਹ ਹਿੰਦੂ ਸਿੱਖ ਮੈਜੋਰਿਟੀ ਡਿਸਟ੍ਰਿਕਟ ਸਨ, ਹਾਂ ਇਸ ਵਾਸਤੇ ਬਣਿਆ। ਠੀਕ। ਬੰਗਾਲ ਵਿੱਚ ਵੀ ਇਹੀ ਹੋਇਆ। ਹਾਂ ਬਟ ਦ ਆਰਗੂਮੈਂਟ ਇਜ਼, ਔਰ ਅੰਗਰੇਜ਼ੀ ਦੀ ਕਹਾਵਤ ਹੈ, ਵਾਟ ਇਜ਼ ਗੁੱਡ ਫॉर द ਗੂਜ਼ ਇਜ਼ ਗੁੱਡ ਫॉर द ਗੈਂਡਰ। ਜੇ Yeah. ਤੁਸੀਂ ਪੂਰੇ ਹਿੰਦੁਸਤਾਨ ਦੀ ਤਕਸੀਮ ਮਜ਼ਹਬ ਦੀ ਬੁਨਿਆਦ ਤੇ ਕਰਾ ਰਹੇ ਹੋ, ਹਾਲਾਂਕਿ ਮਾਈਨੋਰਿਟੀ ਹੋ, ਇਹ ਕਹਿ ਕੇ ਕਿ ਅਸੀਂ ਉੱਥੇ ਮੈਜੋਰਿਟੀ ਹਾਂ, ਤੇ ਫਿਰ ਉਸੇ ਇਲਾਕੇ ਜਿਹਦੇ 'ਚ ਤੁਸੀਂ ਮੈਜੋਰਿਟੀ ਨਹੀਂ ਹੋ, ਹਿੰਦੂ ਸਿੱਖ ਮੈਜੋਰਿਟੀ ਨੇ, ਉਹਨਾਂ ਨੂੰ ਹੱਕ ਨਹੀਂ ਹੈ ਅਲੱਗ ਹੋਣ ਦਾ। ਜੇ ਜਿਨ੍ਹਾਂ ਸਾਹਿਬ ਐਕਸੈਪਟ ਕਰ ਲੈਂਦੇ ਤੇ ਇਹ ਸਾਰਾ ਪੀਸਫੁਲੀ, ਦਿਸ ਇਜ਼ ਲਾਰਡ ਵੇਵਲ ਸਿੰਘ ਹੂ ਹੇਟਡ ਕਾਂਗਰਸ, ਕਿ ਜਿਨ੍ਹਾਂ ਓਵਰਪਲੇਡ ਹਿਸ ਹੈਂਡ, ਆ ਮੈਂ ਸਾਰਾ ਕੋਟ ਕੀਤਾ ਹੋਇਆ ਹੈ, ਤੇ ਉਹਦੇ ਨਾਲ ਅਮਨ ਨਾਲ ਹੋ ਜਾਂਦਾ ਕਿ ਵੀ ਅਸੀਂ ਤੇ ਹੁਣ ਅਗਰੀ ਕਰ ਗਏ ਹਾਂ ਕਿ ਇਹ ਇਲਾਕੇ ਇੰਡੀਆ ਨੂੰ ਮਿਲ ਜਾਣਗੇ, ਇਹ ਸਾਨੂੰ ਮਿਲ ਜਾਣਗੇ, ਤੇ ਲਿਹਾਜ਼ਾ ਐਡਜਸਟਮੈਂਟ ਕਰ ਲਓ। ਉਹ they did not accept it। ਅੱਛਾ, ਫਿਰ ਤੁਸੀਂ ਸਮਝਦੇ ਹੋ ਐਜ਼ ਅ ਹਿਸਟੋਰੀਅਨ ਔਰ ਐਜ਼ ਅ ਸਾਇੰਟਿਸਟ ਜੀ, ਕਿ ਇਹ ਸਭ ਫਿਰ ਰਿਐਕਸ਼ਨ ਦੇ ਵਿੱਚ ਹੋਇਆ, ਜਿਹੜਾ ਸਭ ਰਿਐਕਸ਼ਨ ਇਸੇ ਤੇ ਹੋਇਆ। ਸਭ ਰਿਐਕਸ਼ਨ ਚ ਹੋਇਆ ਫਿਰ? ਇਟਸ ਆਲ ਇਨ ਰਿਐਕਸ਼ਨ, देयर इज नो बेसिस ਫॉर ਇਟ। ਇੱਕ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਪਾਰਟੀਸ਼ਨ ਹੋਣ ਦੇ ਬਾਅਦ ਮੁਸਲਮਾਨ ਯਾਨੀ ਮੁਸਲਿਮ ਲੀਗ ਦੀ ਕੋਈ ਆਪਣੀ ਪਾਲਿਸੀ ਨਹੀਂ ਸੀ ਇੱਥੋਂ ਦੇ ਹਿੰਦੂ ਸਿੱਖਾਂ ਨੂੰ ਕੱਢਣ ਦੀ, ਸੱਚੀ ਗੱਲ ਹੈ। ਅੱਛਾ। ਮੇਰੀ ਕ੍ਰਿਟਿਸਿਜ਼ਮ ਜਿਹੜੀ ਆਪਣੀ ਜਗ੍ਹਾ ਹੈ, ਲੇਕਿਨ ਫੈਕਟਸ ਆਰ ਗॉड ਫॉर ਮੀ। ਜੀ ਠੀਕ। ਲੇਕਿਨ ਹੋਇਆ ਹੈ ਕਿ ਜਦੋਂ ਈਸਟ ਪੰਜਾਬ ਤੋਂ ਆਏ ਨੇ ਨਾ ਮੁਸਲਮਾਨ, ਉਹਨਾਂ ਤੇ ਹਮਲੇ ਬਹੁਤ ਜ਼ਿਆਦਾ ਪਾਵਰਫੁਲ ਸਨ। ਉੱਥੇ ਤੇ ਮਸ਼ੀਨ ਗੰਨਾਂ ਵੀ ਇਸਤੇਮਾਲ ਕੀਤੀਆਂ ਗਈਆਂ ਨਾ, ਜਿਹੜੀਆਂ ਇੱਧਰ ਕਦੇ ਨਹੀਂ ਹੋਈਆਂ। ਓਏ ਹੋਏ। ਉਹ ਜਦੋਂ ਹਜ਼ਾਰਾਂ ਚ ਆਏ ਨੇ, ਤੇ ਫਿਰ ਇੱਥੋਂ ਦੇ ਮੁਸਲਮਾਨ ਜਿਹੜੇ ਆਪਣੇ ਹਿੰਦੂ ਸਿੱਖਾਂ ਨੂੰ ਬਚਾਉਣਾ ਚਾਹੁੰਦੇ ਸਨ, ਉਹ ਉਹਨਾਂ ਨੇ ਜਾ ਕੇ ਪਗੜੀਆਂ ਲਾਤੀਆਂ ਨੇ ਕਿ ਵੀ ਅਸੀਂ ਤੁਹਾਨੂੰ ਨਹੀਂ ਹੁਣ ਬਚਾ ਸਕਦੇ, ਹੁਣ ਇੱਥੋਂ ਚਲੇ ਜਾਓ ਤੁਸੀਂ। ਮਗਰ ਦੂਸਰੀ ਗੱਲ ਹੈ, ਇਹ ਤੇ ਹਨ ਨਾ ਸ਼ਰੀਫ ਲੋਕ। ਠੀਕ ਹੈ। ਤੁਸੀਂ ਦੁਨੀਆ 'ਚ ਕਿਧਰੇ ਦੇਖ ਲਓ ਜਿੱਥੇ ਲਾਅ ਐਂਡ ਆਰਡਰ ਬ੍ਰੇਕ ਡਾਊਨ ਕਰ ਜਾਏ। ਮੈਂ ਪੜ੍ਹਿਆ ਸੀ ਨਿਊਯਾਰਕ ਵਿੱਚ 4 ਘੰਟੇ ਕਦੀ ਪੂਰੀ ਲਾਈਟ ਚਲੀ ਗਈ ਸੀ, ਤੇ ਜੋ ਲੁੱਟਮਾਰ ਹੋਣੀ ਸੀ ਸਾਰੀ ਹੋ ਗਈ ਸੀ। ਤੇ ਜਦੋਂ ਬ੍ਰੇਕਡਾਊਨ ਹੋਈ, ਪਤਾ ਲੱਗਾ ਅੰਗਰੇਜ਼ ਜਾ ਰਿਹਾ, ਹਕੂਮਤ ਦਾ ਪਤਾ ਹੀ ਨਹੀਂ ਕੌਣ ਬਣੇਗੀ। ਉਹਦੇ 'ਚ who were the people who went out and attacked people? ਮੁਸਲਮਾਨ ਗੁੰਡੇ, ਹਿੰਦੂ ਸਿੱਖ ਗੁੰਡੇ, ਜਿਨ੍ਹਾਂ ਦੇ ਨੈਟਵਰਕ ਕੰਮ ਕਰਦੇ ਸਨ, ਸ਼ਰਾਬ ਜੂਆ ਇਹ ਤੇ ਹੁੰਦਾ ਸੀ ਨਾ। ਉਹਦੇ ਵਿੱਚ ਲੋਕਲ ਲੈਵਲ ਦੇ ਪੁਲਿਸ ਉਹ ਵੀ ਇਨਵੋਲਵ ਸਨ, ਕਿਉਂਕਿ ਪ੍ਰਾਪਰਟੀ ਜੋ ਤੁਸੀਂ ਲੁੱਟਦੇ ਹੋ ਤੇ ਹਿੱਸਾ ਉਹਨਾਂ ਨੂੰ ਵੀ ਮਿਲਦਾ। ਜੀ, ਹਿੱਸਾ ਤੇ ਦਿੰਦੇ ਨੇ। ਔਰ ਪੋਲੀਟੀਸ਼ੀਅਨ ਦੋਨੋਂ ਪਾਸੇ ਜਿਹੜੇ ਚਾਹੁੰਦੇ ਸਨ ਕਿ ਇੱਥੋਂ ਇਹ ਨਿਕਲ ਜਾਣ, ਤਾਂ ਕਿ ਇਹ ਇੱਥੇ ਇਹ ਮਿਨੋਰਿਟੀ ਰਹਿ ਨਹੀਂ ਨਾ, ਇਹ ਸਾਡਾ ਹੀ ਮੁਲਕ ਹੋ ਜਾਏ। ਸਿੱਖਾਂ ਨੇ ਔਰ ਆਰਐਸਐਸ ਨੇ ਉੱਥੋਂ ਦੇ ਸਾਰੇ ਮੁਸਲਮਾਨ ਕੱਢਤੇ, ਸਿਰਫ ਮਲੇਰਕੋਟਲਾ 'ਚ ਥੋੜੇ ਜਿਹੇ ਬੱਚੇ ਸਨ। ਅਸੀਂ ਇੱਥੋਂ ਦੇ ਸਾਰੇ ਹਿੰਦੂ ਐਂਡ ਸਿੱਖ ਕੱਢਤੇ, ਜਿਹੜੇ ਨਾ ਜਾ ਸਕੇ ਉਹਨਾਂ ਨੂੰ ਲੋਕਾਂ ਨੇ ਮਾਰਤਾ। That is the tragedy। ਮੈਂ ਕਹਿਣਾ ਹੁੰਦਾ ਕਿ ਮੁਸਲਮਾਨਾਂ ਨੇ ਲੁੱਟ ਮਾਰ ਲਈ ਸ਼ੁਰੂ ਕੀਤਾ, ਹਿੰਦੂ ਸਿੱਖਾਂ ਨੇ ਬਦਲਾ ਲੈਣ ਲਈ ਕੀਤਾ, ਕਿਉਂਕਿ ਸ਼ੁਰੂ ਇੱਧਰ ਹੀ ਹੋਇਆ ਨਾ ਮਾਰਚ ਵਿੱਚ। ਹਾਂਜੀ, ਉਧਰ ਜੁਲਾਈ ਸ਼ੁਰੂ ਹੈ। ਠੀਕ ਹੈ। ਅੱਛਾ ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਫੈਕਟਸ ਔਰ ਫਿਗਰਸ ਦੇ ਨਾਲ ਜੋ ਦੱਸ ਰਹੇ ਹੋ, ਬੜਾ ਇੰਪੋਰਟੈਂਟ ਹੈ, ਔਰ ਖਾਸ ਤੌਰ ਤੇ ਤੁਹਾਡੇ ਵਗਰੇ ਹਿਸਟੋਰੀਅਨ ਕੰਮ ਜਿਹੜਾ ਤੁਸੀਂ ਕੰਮ ਕੀਤਾ ਹੈ। ਕੀ ਸੋਲੂਸ਼ਨ ਹੈ? ਜਿਸ ਤਰ੍ਹਾਂ ਮੇਰਾ ਹੁਣ ਇੱਕ ਆਪਣਾ ਇੱਕ ਕਾਜ਼ ਹੈ ਕਿ ਜੀ ਇੱਕ ਦੂਜੇ ਕੋਲੋਂ ਮਾਫੀ ਮੰਗੋ, ਜੀ ਇੱਕ ਦੂਜੇ ਨੂੰ, ਤਾਂ ਕਿ ਉਹ ਟਰਾਮਾ ਸਾਡੇ ਨਿਕਲਣ। ਆਈ ਐਗਰੀ। ਕਿਸ ਤਰ੍ਹਾਂ ਅੱਗੇ ਚੱਲ ਸਕਦੇ ਹਾਂ? ਬਿਲਕੁਲ ਚੱਲ ਸਕਦਾ ਹੈ। ਹਾਂਜੀ, ਮੈਂ ਤਾਂ ਤੁਹਾਨੂੰ ਦੱਸ ਰਿਹਾ, ਇਹ ਪੀਸਫੁਲੀ ਹੋ ਸਕਦਾ ਸੀ ਜੇ ਜ਼ਰਾ ਅਕਲਮੰਦੀ ਕੀਤੀ ਜਾਂਦੀ। ਸਹੀ ਕਿ ਲੋਕਾਂ ਨੂੰ ਉੱਥੇ ਰਹਿਣ ਵੀ ਦਿੱਤਾ ਜਾਂਦਾ, ਕਿਉਂਕਿ 3 ਜੂਨ ਪਲਾਨ ਵਿੱਚ ਇੰਡੀਆ ਔਰ ਤੇ ਪਾਰਟੀਸ਼ਨ ਹੋਣਾ ਸੀ, ਔਰ ਬੰਗਾਲ ਔਰ ਪੰਜਾਬ। ਲੇਕਿਨ ਅਜ਼ੰਪਸ਼ਨ ਸੀ ਕਿ ਹਿੰਦੂ ਸਿੱਖ ਮੁਸਲਮਾਨ ਉੱਥੇ ਹੀ ਰਹਿਣਗੇ ਜਿੱਥੋਂ ਦੇ ਉਹ ਰਹਿਣ ਵਾਲੇ ਨੇ। ਲੇਕਿਨ ਹਕੀਕਤ ਜਿਹੜੀ ਸੀ, ਪੰਜਾਬ ਗਵਰਨਰ ਸਰ ਐਵਰ ਜੈਂਕਿੰਸ ਬਾਰ-ਬਾਰ ਲਿਖ ਰਹੇ ਸਨ ਮਾਊਂਟਬੈਟਨ ਨੂੰ ਕਿ ਇੱਥੇ ਤੇ ਬਲੱਡ ਸ਼ੈਡ ਹੋਣ ਵਾਲਾ ਹੈ। ਸਿੱਖਾਂ ਨੇ ਕਦੀ ਨਹੀਂ ਮੰਨਣਾ ਕਿ ਤੁਸੀਂ ਸਾਰੀ ਉਹਨਾਂ ਦੀ ਪ੍ਰਾਪਰਟੀ ਔਰ ਇਹ ਉਹਨਾਂ ਕੋਲੋਂ ਖੋਹ ਲਓ, ਸਿਰਫ ਕਿਉਂਕਿ ਮੁਸਲਮਾਨ ਇਹਨਾਂ ਇਲਾਕਿਆਂ 'ਚ ਮੈਜੋਰਿਟੀ 'ਚ ਹੈ। ਉਹਨਾਂ ਨੇ ਆਈ ਹੈਵ ਗਿਵਨ ਆਲ ਦ ਐਵੀਡੈਂਸ। ਇਹੀ ਵਜ੍ਹਾ ਹੈਗੀ ਹੈ ਕਿ ਮੇਰੀ ਆਪਣੀ ਥਿਊਰੀ ਹੈ ਕਿ ਇੱਕ ਹੁਣ ਜਾ ਕੇ ਸਿੱਖਾਂ ਨੇ ਮੇਰੀ ਆਪਣੀ ਕਿਤਾਬ ਤੇ ਡਿਸਕਸ਼ਨ ਕਰਾਈ ਹੈ, ਹਿੰਦੂਆਂ ਲਈ ਔਰ ਮੁਸਲਮਾਨਾਂ ਲਈ ਕਤਰੇ ਆਸਾਨ ਹੈ, ਕਿਉਂਕਿ
ਉਹ ਕਹਿੰਦੇ ਨੇ ਨਾ ਕਿ ਹਿੰਦੂਆਂ ਨੂੰ ਮਿਲ ਗਿਆ ਇੰਡੀਆ, ਮੁਸਲਮਾਨਾਂ ਨੂੰ ਮਿਲ ਗਿਆ ਪਾਕਿਸਤਾਨ, ਐਸੇ ਕਹਿੰਦੇ ਨੇ। ਅੱਛਾ। ਬਟ ਆਈ ਐਮ ਸੇਇੰਗ ਕਿ ਪਾਰਟੀਸ਼ਨ ਆਫ ਪੰਜਾਬ ਦੇ ਵਿੱਚ ਯੂ ਵਾਂਟਡ ਦ ਪਾਰਟੀਸ਼ਨ ਐਂਡ ਜਿਨ੍ਹਾਂ ਟ੍ਰਾਈਡ ਟੂ ਕਨਵਿੰਸ ਦ ਸਿੱਖਸ ਕਿ ਤੁਸੀਂ ਇੱਧਰ ਰਹਿ ਜਾਓ, ਮਗਰ ਦੇ ਡਿਡ ਨਾਟ ਐਗਰੀ। ਵਾਈ ਡਿਡ ਦੇ ਨਾਟ ਐਗਰੀ? ਦ ਸਿੱਖਸ ਹੈਵ ਅ ਰੀਜ਼ਨ। ਕਿਉਂਕਿ ਮਾਰਚ ਵਿੱਚ ਜਦੋਂ ਇੰਨਾ ਵੱਡਾ ਕਤਲੇਆਮ ਹੋਇਆ, ਨਾ ਜਿਨਾ ਸਾਹਿਬ ਨੇ, ਨਾ ਲਿਆਕਤ ਅਲੀ ਖਾਨ ਨੇ, ਨਾ ਪੰਜਾਬ ਦੇ ਜਿਹੜੇ ਪ੍ਰੈਜ਼ੀਡੈਂਟ ਸਨ ਨਵਾਬ ਮਮਡੋਟ, ਉਹਦੇ ਬਾਅਦ ਮੁਮਤਾਜ਼ ਦੌਲਤਾਨਾ, ਮੀਆਂ ਇਫਤਖਾਰੁद्दीन, ਕੋਈ ਨਹੀਂ ਗਿਆ ਰਾਵਲਪਿੰਡੀ। ਨਾ ਉਹਨਾਂ ਨੇ ਅਖਬਾਰ ਵਿੱਚ ਬਿਆਨ ਦਿੱਤਾ ਕਿ ਅਸੀਂ ਇਹਦਾ ਅਫਸੋਸ ਇਜ਼ਹਾਰ ਕਰਨੇ ਆ ਔਰ ਪਾਕਿਸਤਾਨ ਵਿੱਚ ਇਹ ਨਹੀਂ ਹੋਏਗਾ। ਤੇ ਇੱਕ ਦਫਾ ਤੁਸੀਂ, ਇੱਕ ਤੇ ਹੈ ਨਾ ਗੁਰੂਆਂ ਨੂੰ ਦੇ ਬੱਚਿਆਂ ਦਾ ਝਗੜਾ, ਉਹ ਹੈਗੀ ਹੈ ਪਾਸਟ ਹਿਸਟਰੀ। ਮਾਰਚ ਵਿੱਚ ਤੁਸੀਂ ਇੰਨੇ ਹਜ਼ਾਰ ਉਹਨਾਂ ਦੇ ਮਾਰਦੇ ਹੋ ਔਰ ਬੇਦਰਦੀ ਨਾਲ ਮਾਰਦੇ ਹੋ। ਉਹ ਫਿਰ ਜਦੋਂ ਜਿਨਾ ਸਾਹਿਬ ਨੇ ਮਈ ਚ ਆਫਰ ਕੀਤਾ ਕਿ ਜੋ ਚਾਹੁੰਦੇ ਹੋ ਅਸੀਂ ਦੇ ਦਿਆਂਗੇ, ਉਹਦੀ ਕ੍ਰੈਡੀਬਿਲਿਟੀ ਜ਼ੀਰੋ ਹੋ ਚੁੱਕੀ ਸੀ। ਵੁੱਡ ਯੂ ਟ੍ਰੀਟ ਮੀ ਇਫ ਆਈ ਹੈਵ ਕਿਲਡ ਯੂਰ ਬ੍ਰਦਰਸ ਐਂਡ ਆਲ? ਨਹੀਂ ਨਾ। So the Sikhs in rejecting Jinnah's gestures were justified. ਕਿ ਇਹ ਹਲੇ ਮਾਰਚ ਜੋ ਹੋਇਆ ਉੱਥੇ ਤੁਸੀਂ ਕਦੀ ਬੋਲੇ ਵੀ ਨਹੀਂ, ਨਾ ਜਿਨ੍ਹਾਂ ਕੋਈ ਵੀ ਇਹਨਾਂ ਦਾ ਮੁਸਲਿਮ ਲੀਗ ਦਾ ਕੋਈ ਬੰਦਾ ਹੀ ਨਹੀਂ ਗਿਆ। ਅਲਬੱਤਾ ਮਾਊਂਟਬੈਟਨ ਵੈਂਟ ਦੇਅਰ, ਲੇਡੀ ਮਾਊਂਟਬੈਟਨ ਵੈਂਟ ਦੇਅਰ, ਮਹਾਤਮਾ ਜਵਾਹਰ ਲਾਲ ਨਹਿਰੂ ਜਿਹੜੇ ਉਸ ਜ਼ਮਾਨੇ ਚ ਇੰਟਰਮ ਗਵਰਨਮੈਂਟ ਦੇ ਉਹ ਪ੍ਰਾਈਮ ਮਿਨਿਸਟਰ ਸਨ, ਹੀ ਵੈਂਟ ਦੇਅਰ। ਮੁਸਲਿਮ ਲੀਗੀ ਕੋਈ ਗਿਆ ਹੀ ਨਹੀਂ ਉੱਥੇ। ਤੇ ਕਿਸ ਤਰ੍ਹਾਂ ਸਿੱਖ ਇਹਨਾਂ ਨੂੰ ਟਰਸਟ ਕਰਦੇ ਫਿਰ? ਸੋ ਇਟ ਵਾਸ ਆਲ ਡਨ ਵਿਦਆਊਟ ਐਨੀ ਪਲੈਨਿੰਗ ਕਿ ਇਹਦੇ ਕਨਸੀਕੁਐਂਸਸ ਕੀ ਹੁੰਦੇ ਨੇ। ਇੱਕ ਮਿੰਟ ਜ਼ਰਾ ਮੇਰਾ ਇੱਕ ਫੋਨ ਆ ਰਿਹਾ, ਸੁਣ ਲਓ ਫੋਨ। ਤੇ ਸੱਜਣੋ ਤੇ ਮਿੱਤਰੋ, ਐਸੀ ਗੱਲ। ਹਾਂ ਜੀ, ਆਪਣਾ ਅਜਮਲ ਜੀ ਜਲਵੀ ਚ ਬੈਠੇ ਨੇ। ਜਲਵੀ ਚ, ਅੱਛਾ ਉੱਥੇ ਗਏ ਹੋ? ਮੈਂ ਆ ਰਿਹਾ। ਓਕੇ ਜੀ। ਹੁਣ ਸਾਡੇ ਡਾਕਟਰ ਸਾਹਿਬ ਨੂੰ ਵੀ ਟੈਲੀਫੋਨ ਆ ਰਹੇ ਨੇ ਤੇ ਅਸੀਂ ਇਹਨੂੰ ਵਾਈਂਡ ਅਪ ਕਰਨੀ ਆ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਬਹੁਤ ਛੋਟੀਆਂ, ਬਹੁਤ ਹਲੇ ਤੁਸੀਂ ਇੱਕ ਵੱਡੇ ਰਿਸਰਚਰ, ਰਾਈਟਰ, ਬੜਾ ਕੁਝ ਹੋ, ਲੇਕਿਨ ਮੇਰਾ ਇੱਕ ਖਾਹਿਸ਼ ਜ਼ਰੂਰ ਆ ਜਿਹੜੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਕਿ ਕਿਉਂ ਨਾ ਅਸੀਂ ਅੱਜ ਐਜ਼ ਏ ਮੁਸਲਿਮ ਰਿਪਰੈਜ਼ੈਂਟੇਟਿਵ ਅਸੀਂ ਮਿਲ ਕੇ ਅਗਰ ਜੋ ਜ਼ਿਆਦਤੀ ਹੋਈ ਹੈ ਤੇ ਅਸੀਂ ਹੁਣ ਤੋਂ ਸਟਾਰਟ ਲਈਏ, ਅਸੀਂ ਮਾਫੀ ਮੰਗ ਲੈਂਦੇ ਹਾਂ, ਤਾਂ ਕਿ ਆਉਣ ਵਾਲੀਆਂ ਨਸਲਾਂ ਲਈ, ਸਾਡੀ ਜਿਹੜੀ ਅਗਲੀ ਪੀੜ੍ਹੀ ਆਉਂਦੀ ਪਈ ਹੈ, ਜਿਹੜਾ ਸਾਡਾ ਮੋਹ ਪਿਆਰ ਇੱਕ ਇਨਸਾਨੀਅਤ ਦੇ ਨਾਤੇ ਹੈਗਾ ਇੱਕ ਦੂਜੇ ਨਾਲ, ਉਹ ਚੀਜ਼ਾਂ ਸਾਡੀ ਅਗਲੀ ਪੀੜ੍ਹੀ ਪੰਜਾਬੀਆਂ ਵਾਸਤੇ ਆਸਾਨੀਆਂ ਪੈਦਾ ਹੋ ਜਾਣ। ਸ਼ੁਗੁਫਤਾ ਜੀ, ਤੁਹਾਡੇ ਮੂੰਹ 'ਚ ਕੇ ਸ਼ੱਕਰ। ਔਰ ਤੁਸੀਂ ਇਸ ਮਿਸ਼ਨ ਦੇ, ਆਈ ਅਪਾਇੰਟ ਯੂ the spokeswoman for this. Only I would like to point out ਕਿ ਜਦੋਂ ਹੋਇਆ ਸੀ ਨਾ ਨਿਊਕਲੀਅਰ ਬਲਾਸਟ ਹੋਏ ਸਨ, ਤੇ ਉਦੋਂ ਮੈਂ ਇੱਕ ਇਨੀਸ਼ੀਏਟਿਵ ਲਿਆ ਸੀ ਕਿ ਨੋ ਮੈਨ ਲੈਂਡ ਬਿਟਵੀਨ ਵਾਗਾ ਐਂਡ ਅਟਾਰੀ ਦੇ ਵਿੱਚ ਇੱਕ ਮੋਨੂਮੈਂਟ ਬਣਾਇਆ ਜਾਏ, all who died during the partition, and it should be called the minaret of reconciliation. ਜੀ ਮੈਂ ਇਹ ਕਰ ਚੁੱਕਿਆ ਔਰ ਉਹਦੇ ਵਿੱਚ ਦੋਨੋਂ ਪਾਸੇ ਬਹੁਤ ਮੈਨੂੰ ਉਦੋਂ ਆਏ ਸਨ, ਸਪੋਰਟ ਵੀ ਆਈ ਸੀ। ਸੁਨੀਲ ਦੱਤ, ਦਲੀਪ ਕੁਮਾਰ, ਇਹ ਸਾਰੇ ਲੋਕ ਮੈਂ ਮਿਲਿਆ ਸਾਂ ਉਹਨਾਂ ਜਾ ਕੇ। ਰਾਜ ਬੱਬਰ, ਸਾਡੇ ਵੱਲੋਂ ਪਾਸੇ ਵੀ ਜਦੇ ਵੱਲ ਜਾਣੇ ਸਾਂ, ਉਹ ਇਸ ਨੂੰ ਮੰਨਦੇ ਸਨ। ਲੇਕਿਨ ਉਦੋਂ ਹਲੇ ਸੋਸ਼ਲ ਮੀਡੀਆ ਨਹੀਂ ਸੀ। ਠੀਕ। ਤੇ ਮੈਂ ਈਮੇਲ ਤੇ ਕਰਨਾ ਸਾਂ, ਈਮੇਲ ਵਾਸ ਟੂ ਸਲੋ ਅ ਪ੍ਰੋਸੈਸ। ਲੇਕਿਨ ਉਹਦੇ ਬਾਅਦ ਫਿਰ ਪਾਕਿਸਤਾਨ ਇੰਡੀਆ ਦੀ ਟੈਰਰਿਜ਼ਮ ਵਾਲਾ ਕੰਮ ਸ਼ੁਰੂ ਹੋ ਗਿਆ, ਉਹ ਹੋ ਗਿਆ ਤੇ ਕਿਸੇ ਨੂੰ ਚਾਂਸ ਹੀ ਨਹੀਂ ਮਿਲਿਆ। ਯੂ ਆਰ ਨਾਓ ਗੋਇੰਗ ਟੂ ਲੀਡ ਅਸ ਫॉर दैट ਐਂਡ ਆਈ ਐਮ ਯੋਰ ਅਸਿਸਟੈਂਟ ਇਨ ਦਿਸ। ਥੈਂਕ ਯੂ, ਓਨੈਸਟ ਟੂ ਗੋਡ। ਤੁਸੀਂ ਇਹ ਕਰੋ, ਅਸੀਂ ਮਾਫੀ ਮੰਗਨੇ ਆ। ਹਾਂਜੀ ਹਾਂਜੀ। ਔਰ ਇੱਕ ਗੱਲ ਮੈਂ ਅਲਬੱਤਾ ਅੰਡਰਲਾਈਨ ਕਰਨਾ ਚਾਹਨਾ, ਵੈਨ ਆਈ ਸੇ ਪੰਜਾਬ, ਹਾਂਜੀ, ਜਿਹੜੀ ਅੱਜ ਕੱਲ ਪਾਲਿਸੀ ਪਾਕਿਸਤਾਨ ਵਿੱਚ ਹੈ, ਉਹ ਸਿੱਖਾਂ ਨੂੰ ਕਲਟੀਵੇਟ ਕਰਨ ਦੀ ਹੈ, ਹਿੰਦੂਆਂ ਨੂੰ ਐਕਸਕਲੂਡ ਕਰਨ ਦੀ ਹੈ। ਨਹੀਂ, ਹਿਊਮੈਨਿਟੀ ਬੇਸਿਸ ਤੇ ਇਹ ਚੀਜ਼। No, I'm saying this publicly ਨਾ, ਬਿਲਕੁਲ, ਕਿ ਉਹ ਜਿਹੜਾ ਪ੍ਰੋਜੈਕਟ ਹੈ ਮੈਂ ਉਹਨੂੰ ਬਿਲਕੁਲ ਦਿਲੋਂ ਨਹੀਂ ਮੰਨਦਾ। ਪੰਜਾਬ ਦਾ ਹਿੰਦੂ, ਪੰਜਾਬ ਦਾ ਕ੍ਰਿਸਚਨ, ਪੰਜਾਬ ਦਾ ਮੁਸਲਮਾਨ, ਪੰਜਾਬ ਦਾ ਜੋ ਵੀ ਰਹਿਣ ਵਾਲਾ ਹੈ ਇਸ ਧਰਤੀ ਤੇ, ਉਹਦਾ ਜੋ ਵੀ ਮਜ਼ਹਬ ਹੈ, means nothing to us. He's our family. Yes, he's ਪੰਜਾਬੀ। ਸੋ ਹਰ ਪੰਜਾਬੀ ਨੂੰ ਅਸੀਂ ਗਲੇ ਮਿਲਣਾ ਚਾਹੁੰਦੇ ਹਾਂ, ਔਰ ਅਸੀਂ ਚਾਹੁੰਦੇ ਹਾਂ ਚਲੋ ਜੇ ਦੋ ਮੁਲਕ ਹਨ, ਲੇਕਿਨ ਇਹ ਬਾਰਡਰ ਰਿਲੈਕਸ ਕਰਤਾ ਜਾਏ। ਯਾਰ ਇਹ ਤੁਸੀਂ ਯੂਰਪੀਅਨ ਯੂਨੀਅਨ, ਹੁਣ ਤਾਂ ਤੁਸੀਂ ਲੋਕ ਬਾਹਰ ਚਲੇ ਗਏ ਹੋ, ਯੂ ਆਰ ਨਾਟ ਅ ਗੁੱਡ ਐਗਜ਼ਾਮਪਲ
ਲੇਕਿਨ ਸਾਰੇ ਯੂਰਪ ਵਿੱਚ ਅਮਨ ਕਿੰਨਾ ਹੋ ਚੁੱਕਿਆ ਹੈ, ਬਹੁਤ ਜਿੱਥੇ ਅਮਨ ਇੰਨੀਆਂ ਹੈ। ਜੰਗਾਂ ਹੋਈਆਂ ਨੇ, ਕਿੱਥੇ ਤੇ ਸਾਡੇ ਤੇ ਝਗੜੇ ਕੋਈ ਨਹੀਂ ਹੈਗੇ। ਹਾਂ। ਇੱਥੇ ਜਿਹੜੇ ਪਠਾਨ ਆਏ, ਜਿਹੜੇ ਮੁਗਲ ਆਏ, ਇੱਥੋਂ ਦੀ ਹੋ ਕੇ ਰਹਿ ਗਏ ਨਾ। ਬਿਲਕੁਲ ਠੀਕ ਹੈ, ਇਨਵੇਡਰ ਦੇ ਤੌਰ ਤੇ ਆਏ ਸਨ, ਹਮ, ਲੇਕਿਨ ਇੱਥੇ ਹੀ ਰਹਿ ਗਏ। ਤੇ ਹਮ, ਸਾਰੀ ਦੁਨੀਆ ਇਸ ਤਰ੍ਹਾਂ ਹੀ ਬਾਹਰੋਂ ਹੀ ਕਿਧਰੋਂ ਆਈ ਹੈ ਨਾ। ਸਹੀ। ਇੱਕ ਜ਼ਮਾਨੇ 'ਚ ਏਰੀਅਨ ਨਹੀਂ ਸਨ ਆਏ, ਉਹ ਹਾਂਜੀ। ਇੱਕ ਥਿਉਰੀ ਬਣੀ ਹੈ ਨਹੀਂ ਜੀ ਏਰੀਅਨ ਤੇ ਇੱਥੋਂ ਗਏ ਸਨ, ਉਹ ਸਭ ਬਕਵਾਸ ਹੈ। ਡੀਐਨਏ ਦਾ ਟੈਸਟ ਕਰ ਲਓ ਤੁਸੀਂ, ਉਹ ਸਾਰਾ ਇਹ ਸਾਰੀ ਨੌਨਸੈਂਸ ਜਿਹੜੀ ਹੈ ਨਾ, ਇਹ ਰਾਈਟ ਵਿੰਗ ਕਰਦਾ ਹੈ। ਜਿੱਥੇ ਪੜ੍ਹੇ ਲਿਖੇ ਸਾਇੰਟਿਫਿਕ ਲੋਕ ਨੇ, ਦੇ ਕੈਨ ਟੈਲ ਯੂ ਕਿ ਅਫਰੀਕਾ ਤੋਂ ਸਾਡੇ ਵੱਡੀ ਇੱਕ ਮਾਂ ਸੀ ਜਿੱਥੋਂ ਅਸੀਂ ਨਿਕਲੇ ਹਾਂ, ਔਰ ਉਹਦੇ ਅਸੀਂ ਕਈ ਰੂਪ ਹਾਂ। We are all actually descendants of the one mother in Africa. ਠੀਕ। ਲਿਹਾਜ਼ਾ ਮਾਈਗ੍ਰੇਸ਼ਨ ਦੇ ਬਗੈਰ ਤੇ ਹਿਸਟਰੀ ਕੋਈ ਹੈ ਨਹੀਂ। ਹੈ ਹੀ ਨਹੀਂ, ਹੈ ਹੀ ਨਹੀਂ। ਬਿਲਕੁਲ ਤੁਸੀਂ ਨਹੀਂ ਮਾਈਗ੍ਰੇਟ ਹੋ ਕੇ ਆਏ ਤੇ ਮੈਂ ਨਹੀਂ ਹੋਇਆ ਦਾ। ਅਸੀਂ ਵੀ ਜਨਾਬ ਹੁਣ ਤੁਸੀਂ ਅਸੀਂ ਮਾਈਗ੍ਰੇਟ, ਅਸੀਂ ਵੀ ਤੇ ਇਮੀਗ੍ਰੈਂਟਸ ਇੰਗਲੈਂਡ ਚ ਰਹਿ ਰਹੇ ਹੋ। ਹਾਂ, ਤੇ ਜੇ ਅੱਜ ਹੋ ਸਕਦਾ ਹੈ ਤੇ ਪਹਿਲੇ क्यों नहीं होया होएगा। लिहाजा यह कहना कि जी ये यहाँ से थे बाकी बाहर से आए, ये सब बकवास है। कोई ना कोई कभी ना कभी आया, लेकिन सब का रूट अफ्रीका से ही है। सही। अगर आप इस चीज को मान लें, सारी इंसानियत भी एक है, झगड़े की वजह ही कोई नहीं है, कोई वजह नहीं बनती। ठीक है मैडम, बहुत शुक्रिया सर, ਤੁਹਾਨੂੰ ਫੋਨ ਵੀ ਆ ਰਿਹਾ ਔਰ ਬੜਾ ਮਜ਼ਾ ਆਉਂਦਾ ਤੁਹਾਡੇ ਨਾਲ ਗੱਲਬਾਤ ਕਰਕੇ। ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ, ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰਾ ਜਿਹੜਾ ਕਾਜ਼ ਹੈ ਉਹਦੇ ਵਿੱਚ ਤੁਸੀਂ ਇੱਕ ਇੰਨੀ ਸਪੋਰਟ ਹੋ, ਔਰ ਤੁਹਾਡੇ ਵਗਰੇ ਬੰਦੇ ਜਿਹੜਾ ਫੈਕਟਸ ਔਰ ਫਿਗਰਸ ਦੇ ਨਾਲ ਹਿਸਟਰੀ ਔਰ ਬਾਕੀ ਚੀਜ਼ਾਂ, ਸਾਨੂੰ ਤੁਹਾਡੀ ਬੜੀ ਸ਼ਦੀਦ ਲੋੜ ਹੈ। ਹੋਰ ਇਹੋ ਜਿਹਾ ਤੁਸੀਂ ਕੰਮ ਕਰੋ ਜਿਹੜਾ ਤੁਸੀਂ ਆਲਵੇਜ਼ ਕਰ ਹੀ ਰਹੇ ਹੋ। ਔਰ ਇਹਦੇ ਬਾਅਦ ਅਸੀਂ ਉਹ ਜਿਹੜਾ ਤੁਸੀਂ ਦੀਵੇ ਬਾਲੇ ਨੇ ਉਹਦਾ ਅੱਗੇ ਲੈ ਕੇ ਅਸੀਂ ਚੱਲ ਰਹੇ ਹਾਂ। ਗਿਮੀ ਟੀਵੀ ਯੂਕੇ ਦਾ ਇੱਕ ਮਿਸ਼ਨ ਹੈ ਪੀਸ ਔਰ ਹਿਊਮੈਨਿਟੀ ਦਾ। ਮੁਸਲਮਾਨਾਂ ਨੂੰ ਅੱਜ ਸ਼ੁਰੂ ਹੋ ਗਿਆ, ਗੱਲ ਖਤਮ ਹੋ। ਬਿਲਕੁਲ। And you are going to lead us. I and many others will be your brothers at your side. Bas. Thank you so much. Thank you. Take care. Invitation is gone from today. Aj Punjabis come together. Okay, Punjabi ਅਸੀਂ ਸਭ ਪਹਿਲੇ ਪੰਜਾਬੀਆਂ ਬਾਅਦ ਚ ਕੁਝਾਂ। Thank you so much sir. Always pleasure. All the best. All the best. Thank you. Bye bye.